ਅੱਜ ਗੱਲ ਕਰਨ ਜਾ ਰਹੇ ਹਾਂ એનર્ਜੀ ਸ਼ਕਤੀ यानी बिजली दी और इस दे विच इक्को ही संस्था जो कि नैशनल लेवल के उत्ते बहुत अच्छा काम कर रही है नैशनल पावर हाइड्रो कारपोरेशन यानी NHPC। इस संस्था के राही पूरे देश दे विच सोलर एनर्जी विंड एनर्जी और जल एनर्जी दे हाइड्रो एनर्जी दे जिहड़े प्रोजैक्ट ने वो लाए जा रहे हैं पर पंजाब अजे किते ना किते इस संस्था राही कीते जा रहे कारजां तो अछूता है। इस नाल किस तरह के फायदे ने जिहड़े पंजाब नूं हो सकते हैं, आम आदमी इस तो की जिहड़ा हैगा फायदा लै सकदा हैगा, पंजाब दी रेवन्यू किस तरीके दे नाल जनरेट हो सकती है, बंजर जमीनां किस तरह काम आ सकदियां ने, ये सारियां गल्लां बातां ਅਸੀਂ ਕਰਨ ਜਾ ਰਹੇ ਹਾਂ। ਅੱਜ NHPC ਦੇ ਸੁਤੰਤਰ ਜੋ ਡਾਇਰੈਕਟਰ ਨਿਯੁਕਤ ਹੋਏ ਨੇ ਸੁਨਾਮ ਤੋਂ ਡਾਕਟਰ ਅਮਿਤ ਕਾਂਸਲ। ਡਾਕਟਰ ਸਾਹਿਬ ਕੀ ਫਾਸਟ ਵੇ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਇੱਕ ਮੌਕਾ ਦਿੱਤਾ ਕਿ ਮੈਂ ਤੁਹਾਡੇ ਦਰਸ਼ਕਾਂ ਨਾਲ ਰੂਬਰੂ ਹੋ ਸਕਾਂ ਤੇ ਮੈਨੂੰ ਮੌਕਾ ਦਿੱਤਾ ਕਿ ਮੈਂ ਪੰਜਾਬ ਦੀ ਵਿੱਚੋਂ ਇੱਥੋਂ ਨੋਮੀਨੇਟ ਹੋਇਆ ਭਾਰਤ ਸਰਕਾਰ ਦੇ ਵਿੱਚ ਤੇ ਪੰਜਾਬ ਦੀ ਆਵਾਜ਼ ਨੂੰ ਮੈਂ ਕੇਂਦਰ ਸਰਕਾਰ ਵਿੱਚ ਜਾ ਕੇ ਬੁਲੰਦ ਕਰ ਸਕਾਂ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਜੋ ਅੱਜ ਸਾਨੂੰ ਬੋਲਣ 'ਚ ਵੀ ਕਾਫੀ ਔਖਾ ਲੱਗ ਰਿਹਾ ਹੈਗਾ NHPC ਨੈਸ਼ਨਲ ਹਾਈਡਰੋ ਪ੍ਰੋਜੈਕਟ ਕਾਰਪੋਰੇਸ਼ਨ, ਇਹ ਕੀ ਹੈ ਸੰਸਥਾ, ਇਹ ਕਿਸ ਤਰ੍ਹਾਂ ਦੇ ਕਾਰਜ ਕਰ ਰਹੀ ਹੈ? ਜੇਕਰ ਗੱਲ ਕੀਤੀ ਜਾਵੇ ਇਹਦੀ ਸੰਖਿਪਤ ਇੰਟਰੋਡਕਸ਼ਨ ਦੀ ਗੱਲ ਕਰਾਂ। ਦੇਖੀਏ ਜੋ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ ਹੈ 1975 ਦੇ ਵਿੱਚ ਆ ਸੰਸਥਾ ਬਣੀ ਸੀਗੀ ਜੋ ਬਿਜਲੀ ਮੰਤਰਾਲੇ ਭਾਰਤ ਸਰਕਾਰ ਦਾ ਹੈ ਉਸ ਦੇ ਅੰਡਰ ਆਹ ਕੰਮ ਕਰ ਰਹੀ ਹੈ। ਤਾਂ ਇਹ ਜਿਹੜੀ ਆ ਸੰਸਥਾ ਹੈਗੀ ਮੁੱਖ ਰੂਪ ਦੇ ਵਿੱਚ ਹਾਈਡਰੋ ਐਨਰਜੀ ਬਣਾਉਂਦੀ ਹੈ, ਜਲ ਤੋਂ ਐਨਰਜੀ ਬਣਾਉਂਦੀ ਹੈਗੀ ਹੈ। ਤਾਂ ਹੁਣ ਤੱਕ ਜਿਹੜੇ ਸਾਡੇ ਤਕਰੀਬਨ 24 ਪ੍ਰੋਜੈਕਟ ਜਿਹੜੇ ਕੰਮ ਕਰ ਰਹੇ ਨੇ ਪੂਰੇ ਦੇਸ਼ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ 22 ਹਾਈਡਰੋ ਪ੍ਰੋਜੈਕਟ ਨੇ ਤੇ 2 ਜਿਹੜੇ ਹੈਗੇ ਆ ਰਿਨਿਊਏਬਲ ਐਨਰਜੀ ਦੇ ਵਿੱਚ ਨੇ। ਇੱਕ ਸੋਲਰ ਦਾ ਪ੍ਰੋਜੈਕਟ ਹੈਗਾ ਜਿਹੜਾ ਤਮਿਲਨਾਡੂ ਚੱਲ ਰਿਹਾ 50 ਮੈਗਾਵਾਟ ਦਾ, ਤੇ ਇੱਕ ਜਿਹੜਾ ਪ੍ਰੋਜੈਕਟ ਹੈਗਾ ਸਾਡਾ ਵਿੰਡ ਐਨਰਜੀ ਦਾ ਜੈਸਲਮੇਰ ਚੱਲ ਰਿਹਾ। ਤਾਂ ਟੋਟਲ 7071 ਮੈਗਾਵਾਟ ਐਨਰਜੀ ਅਸੀਂ ਪ੍ਰੋਡਿਊਸ ਕਰਨ ਲੱਗੇ ਹੋਏ ਹਾਂ। ਤਾਂ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯ ਨਰਿੰਦਰ ਮੋਦੀ ਜੀ ਦਾ ਜਿਹੜਾ ਸੁਪਨਾ ਹੈਗਾ ਕਿ ਦੇਸ਼ ਨੂੰ ਹਰ ਖੇਤਰ ਵਿੱਚ ਆਤਮ ਨਿਰਭਰ ਬਣਾਇਆ ਜਾਵੇ, ਤਾਂ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ ਉਸੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਜਿਹੜੀ ਐਨਰਜੀ ਦੇ ਖੇਤਰ ਦੇ ਵਿੱਚ ਹੈ ਆਤਮ ਨਿਰਭਰ ਬਣਾਉਣ ਦੇ ਲਈ ਕੰਮ ਕਰ ਰਹੀ ਹੈ। ਹੁਣ ਤੱਕ ਜਿਹੜੇ ਸਾਡੇ 24 ਪ੍ਰੋਜੈਕਟ ਤੋਂ ਇਲਾਵਾ ਜਿਹੜੇ 11 ਪ੍ਰੋਜੈਕਟ ਨੇ ਅੰਡਰ ਕੰਸਟਰਕਸ਼ਨ ਨੇ, 9 ਪ੍ਰੋਜੈਕਟ ਦੇ ਜਿਹੜੇ ਅੰਡਰ ਕਲੀਅਰੈਂਸ ਨੇ, ਤੇ ਵੱਖ-ਵੱਖ ਰਾਜਾਂ ਦੇ ਵਿੱਚ ਤਕਰੀਬਨ 19-20 ਰਾਜਾਂ ਦੇ ਵਿੱਚ ਸਾਡੀ ਐਗਜ਼ਿਸਟੈਂਸ ਹੈ ਜਿੱਥੇ ਅਸੀਂ ਕੰਮ ਕਰਨ ਲੱਗੇ ਹੋਏ ਹਾਂ ਜੀ। ਬਿਲਕੁਲ ਇੱਕ ਬਹੁਤ ਵੱਡਾ ਮਾਰਕਾ ਤੁਸੀਂ ਮਾਰਿਆ ਹੈਗਾ ਕਿ 7000 ਤੋਂ ਵਧੇਰੇ ਜਿਹੜੇ ਹੈਗਾ ਮੈਗਾਵਾਟ ਤੁਸੀਂ ਬਿਜਲੀ ਦਾ ਉਤਪਾਦਨ ਵੱਖ-ਵੱਖ ਤਰੀਕੇ ਦੇ ਨਾਲ ਕਰ ਰਹੇ ਹੋ। ਡਾਕਟਰ ਸਾਹਿਬ ਜੇਕਰ ਆਪਾਂ ਪੰਜਾਬ ਦੇ ਵਿੱਚ ਬੈਠੇ ਹਾਂ, ਪੰਜਾਬ ਦੇ ਵਿੱਚੋਂ ਤੁਹਾਨੂੰ ਇਹ ਨੈਸ਼ਨਲ ਲੈਵਲ ਦੀ ਨਿਯੁਕਤੀ ਮਿਲੀ ਹੈ ਤੇ ਪੰਜਾਬ ਕੀ ਤੁਹਾਡੀ ਜਿਹੜੀ ਹੈ ਇਸ ਸੰਸਥਾ ਨਾਲੋਂ ਅਜੇ ਤੱਕ ਅਛੂਤਾ ਹੈ ਕਿ ਇਹਦੇ ਵਾਸਤੇ ਵੀ ਕੁਝ ਪ੍ਰਯਾਸ ਹੋ ਰਹੇ ਨੇ? ਦੇਖੋ ਜਿੱਥੇ ਵੀ ਕਿਸੇ ਸਟੇਟ ਗਵਰਨਮੈਂਟ ਵੱਲੋਂ ਸਾਡਾ MOU ਹੁੰਦਾ ਹੈ ਅਸੀਂ ਉੱਥੇ ਕੰਮ ਕਰ ਰਹੇ ਹਾਂ। ਹੁਣ ਦੇਖੋ ਉੜੀਸਾ ਵਰਗਾ ਜਿਹੜਾ ਰਾਜ ਹੈ ਅਸੀਂ ਉੱਥੇ ਸੋਲਰ ਦਾ ਕੰਮ ਕਰਨਾ ਸ਼ੁਰੂ ਕੀਤਾ ਹੈ। ਰੀਸੈਂਟਲੀ ਸਾਡੀ ਇੱਕ MOU ਹੋਇਆ ਹੈਗਾ ਤੇ 1000 ਮੈਗਾਵਾਟ ਜਿਹੜੀ એનર્ਜੀ ਪ੍ਰੋਡਿਊਸ ਕਰਨ ਦੇ ਲਈ ਅਸੀਂ ਤਕਰੀਬਨ ਤੁਸੀਂ ਲਗਾ ਲਓ 600 ਮੈਗਾਵਾਟ ਗੁਜਰਾਤ 'ਚ ਪ੍ਰੋਡਿਊਸ ਕਰਨ ਜਾ ਰਹੇ ਅਸੀਂ। ਸਾਡਾ ਪ੍ਰੋਜੈਕਟ ਸਟਾਰਟ ਹੋ ਚੁੱਕਿਆ ਹੈ। 300 ਮੈਗਾਵਾਟ ਦਾ ਰਾਜਸਥਾਨ 'ਚ ਹੋ ਚੁੱਕਿਆ ਤੇ 100 ਮੈਗਾਵਾਟ ਦਾ ਆਂਧਰਾ ਪ੍ਰਦੇਸ਼। ਤਾਂ ਟੋਟਲ 1000 ਮੈਗਾਵਾਟ ਦਾ ਪ੍ਰੋਜੈਕਟ ਸੋਲਰ એનર્ਜੀ ਦੇ ਅੰਡਰ ਅਸੀਂ ਰੀਸੈਂਟਲੀ ਸ਼ੁਰੂ ਕੀਤਾ ਹੈ। ਦੇਖੋ ਪੰਜਾਬ ਇੱਕ ਐਸਾ ਰਾਜ ਹੈ ਜੋ ਇੱਕ ਪਲੇਨ ਰਾਜ ਹੈ ਜਿੱਥੇ ਹਾਈਡਰੋ ਦੀ ਪੋਸੀਬਿਲਿਟੀ ਹੁਣ ਜ਼ਿਆਦਾ ਨਹੀਂ ਹੈ। ਜਿਹੜੇ ਡੈਮ ਨੇ ਉਹ ਪਹਿਲਾਂ ਆਲਰੇਡੀ ਬਣ ਚੁੱਕੇ ਨੇ, ਲੇਕਿਨ ਬੀਇੰਗ ਮੈਂ ਪੰਜਾਬ ਦਾ ਇੱਕ ਰਹਿਣ ਵਾਲਾ ਹਾਂ ਤਾਂ ਮੇਰੀ ਪ੍ਰਾਥਮਿਕ ਗੱਲ ਆਈ ਹੈ ਕਿ ਮੈਂ ਪੰਜਾਬ ਲਈ ਕੀ ਕਰ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਐਨਰਜੀ ਦਾ ਬਹੁਤ ਵੱਡਾ ਕ੍ਰਾਈਸਿਸ ਹੈ। ਜਿਹੜੀ ਕੱਟ ਲੱਗ ਰਿਹਾ ਜਾਂ ਥਰਮਲ ਐਨਰਜੀ ਹੈ ਉਹ ਬਣ ਰਹੀ ਹੈ ਹੁਣ ਤੱਕ। ਤਾਂ ਅਸੀਂ ਜੇਕਰ ਸਾਨੂੰ ਪੰਜਾਬ ਗਵਰਨਮੈਂਟ ਲੈਂਡ ਪ੍ਰੋਵਾਈਡ ਕਰਵਾਉਂਦੀ ਹੈ ਤਾਂ ਤਕਰੀਬਨ ਸਾਨੂੰ 1 ਮੈਗਾਵਾਟ ਸੋਲਰ ਪ੍ਰੋਜੈਕਟ ਨੂੰ ਸਟੈਬਲਿਸ਼ ਕਰਨ ਦੇ ਲਈ 5 ਏਕੜ ਲੈਂਡ ਚਾਹੀਦਾ। ਕਹਿਣ ਦਾ ਮਤਲਬ ਹੈ ਕਿ ਜੇਕਰ ਅਸੀਂ 100 ਮੈਗਾਵਾਟ ਘੱਟੋ ਘੱਟ ਇੱਥੇ ਲਗਾਉਣਾ ਚਾਹੁੰਦੇ ਹਾਂ ਤਾਂ ਸਾਨੂੰ 500 ਮੈਗਾਵਾਟ ਦਾ ਲੈਂਡ ਜੇਕਰ ਪੰਜਾਬ ਗਵਰਨਮੈਂਟ ਪ੍ਰੋਵਾਈਡ ਕਰਵਾਉਂਦੀ ਹੈ ਤਾਂ ਮੇਰੀ ਜਿਹੜੀ ਆ ਕਾਰਪੋਰੇਸ਼ਨ ਹੈ ਕਿੰਨਾ ਵੀ ਚਾਹੇ ਉਹ 200 ਮੈਗਾਵਾਟ ਹੈ, 400 ਮੈਗਾਵਾਟ ਹੈ, 500 ਮੈਗਾਵਾਟ ਤੱਕ ਦਾ ਪ੍ਰੋਜੈਕਟ ਲਗਾਉਣ ਲਈ ਅਸੀਂ ਤਿਆਰ ਬੈਠੇ ਇੱਥੇ। ਤੁਸੀਂ ਇਹ ਪ੍ਰੋਜੈਕਟ ਦੀ ਗੱਲ ਕੀਤੀ ਹੈ ਤੇ ਮਤਲਬ ਅਜੇ ਤੱਕ ਕੋਈ ਸਰਕਾਰ ਨਾਲ ਤੁਹਾਡੀ ਕੋਈ ਰਾਬਤਾ ਹੋਇਆ, ਕੋਈ ਮੇਲ ਹੋਈ ਹੈ ਜਾਂ ਉਹਨਾਂ ਨਾਲ ਗੱਲਬਾਤ ਚੱਲੀ ਹੈ? ਔਰ ਇਹਦਾ ਜੇ ਸਰਕਾਰ ਹੈ ਤੁਹਾਨੂੰ ਜ਼ਮੀਨ ਦਿੰਦੀ ਹੈ, ਕਿਸ ਤਰ੍ਹਾਂ ਦੀ ਜ਼ਮੀਨ ਚਾਹੀਦੀ ਹੈ ਔਰ ਸਰਕਾਰ ਨੂੰ ਇਸ ਦਾ ਕਿਸ ਤਰ੍ਹਾਂ ਦਾ ਫਾਇਦਾ ਹੋ ਸਕਦਾ ਹੈ? ਦੇਖੋ ਸਭ ਤੋਂ ਵੱਡਾ ਫਾਇਦਾ ਤਾਂ ਪੰਜਾਬ ਨੂੰ ਹੋਏਗਾ ਕਿ ਜਿਹੜੀ ਥਰਮਲ ਐਨਰਜੀ ਕਾਰਨ ਸਾਡੇ ਇੱਥੇ ਪੋਲਿਊਸ਼ਨ ਹੁੰਦਾ ਹੈਗਾ ਤਾਂ ਜ਼ੀਰੋ ਤਾਂ ਨਹੀਂ ਅਸੀਂ ਕਹਿ ਸਕਦੇ, ਕਾਰਬਨ ਨਿਊਟਰਲ ਅਸੀਂ ਵੱਧ ਸਕਦੇ ਹਾਂ ਕਿਉਂਕਿ ਸੋਲਰ ਐਨਰਜੀ ਦੇ ਨਾਲ ਕੋਈ ਪੋਲਿਊਸ਼ਨ ਨਹੀਂ ਹੁੰਦਾ। ਦੂਜੀ ਗੱਲ 25 ਸਾਲ ਦੇ ਲਈ
ਜਿਹੜਾ ਹੈਗਾ ਪ੍ਰੋਜੈਕਟ ਲੱਗਦਾ, ਜੇਕਰ ਸਰਕਾਰ ਸਾਨੂੰ ਆ ਜ਼ਮੀਨ ਦੇ ਦਿੰਦੀ ਹੈ, ਇੱਕ ਬੰਜਰ ਜ਼ਮੀਨ ਚਾਹੀਦੀ ਹੈ ਸਾਨੂੰ, ਕਿਤੇ ਵੀ ਖਾਲੀ ਜ਼ਮੀਨਾਂ ਪਈਆਂ ਨੇ ਬੰਜਰ ਜਿੱਥੇ ਕੋਈ ਕਿਸੇ ਤਰ੍ਹਾਂ ਦੀ ਪ੍ਰੋਡਕਸ਼ਨ ਨਹੀਂ ਹੋ ਰਹੀ, ਤਾਂ ਜੋ ਲੀਜ਼ ਦੇ ਉੱਪਰ ਉਹ ਅਮਾਊਂਟ ਗਵਰਨਮੈਂਟ ਦੁਆਰਾ MOU ਫਿਕਸ ਹੁੰਦਾ ਹੈ, ਉਹ ਅਮਾਊਂਟ ਅਸੀਂ ਸਰਕਾਰ ਨੂੰ ਦੇਵਾਂਗੇ ਤੇ ਉਸ ਜ਼ਮੀਨ ਦੇ ਖੇਤਰ ਨੂੰ ਅਸੀਂ ਡਿਵੈਲਪ ਕਰਾਂਗੇ ਤੇ ਅਸੀਂ ਉੱਥੇ ਸੋਲਰ ਮੈਗਾ ਜਿਹੜਾ ਸੋਲਰ ਦਾ ਪ੍ਰੋਜੈਕਟ ਹੈ ਉਹ ਅਸੀਂ ਉੱਥੇ ਤਿਆਰ ਕਰ ਦਾਂਗੇ, ਜਿਹਦੇ ਨਾਲ ਨਿਸ਼ਚਿਤ ਰੂਪ ਦੇ ਵਿੱਚ ਪੰਜਾਬ ਜਿਹੜਾ ਹੈਗਾ એનર્ਜੀ ਬਿਜਲੀ ਖੇਤਰ ਦੇ ਉਤਪਾਦਨ ਦੇ ਵਿੱਚ ਆਤਮ ਨਿਰਭਰ ਬਣੇਗਾ। ਇਸ ਸੰਬੰਧੀ ਮੈਂ ਰੀਸੈਂਟਲੀ ਪੰਜਾਬ ਦੇ ਮਾਨਯੋਗ CMO ਸਾਹਿਬ ਨੂੰ ਇੱਕ ਮੇਲ ਪਾਈ ਹੈ ਤੇ ਮੈਂ ਆਸ਼ਾ ਕਰਦਾ ਕਿ ਮੈਨੂੰ ਛੇਤੀ ਹੀ CM ਸਾਹਿਬ ਤੋਂ ਅਪਾਇੰਟਮੈਂਟ ਮਿਲ ਜਾਂਦੀ ਹੈ ਤੇ ਇਸ ਸੰਬੰਧੀ ਜਿਹੜੀ NHPC ਹੈਗੀ ਹੈ ਅੱਗੇ ਦੀ ਕਾਰਵਾਈ ਕਰਨ ਲਈ ਤਿਆਰ ਬੈਠੀ ਹੈ। ਜੇਕਰ ਤੁਹਾਡੇ ਇਸ ਤਰ੍ਹਾਂ ਦੇ ਪ੍ਰੋਜੈਕਟ ਨੇ ਜਿਹੜੇ ਪੰਜਾਬ ਦੇ ਵਿੱਚ ਤੁਹਾਨੂੰ ਜੋ ਪੰਜਾਬ ਦੀ ਸਰਕਾਰ ਹੈ ਲਾਉਣ ਦੀ ਇਜਾਜ਼ਤ ਦਿੰਦੀ ਹੈ, ਤਾਂ ਤੁਹਾਡੇ ਕਹਿਣ ਦੇ ਮੁਤਾਬਕ ਪੰਜਾਬ ਦੇ ਰੈਵਨਿਊ ਦੇ ਵਿੱਚ ਵੀ ਕਾਫੀ ਵਾਧਾ ਹੋ ਸਕਦਾ ਹੈਗਾ। ਬੰਜਰ ਜ਼ਮੀਨ ਪਈ ਹੈ, ਉਸ ਦਾ ਉਹਨਾਂ ਨੂੰ ਕੁਝ ਰੈਵਨਿਊ ਨਹੀਂ ਆ ਰਿਹਾ ਹੈਗਾ, ਪਰ ਤੁਹਾਡਾ ਪ੍ਰੋਜੈਕਟ ਲੱਗਦਾ ਤਾਂ ਤੁਸੀਂ ਉਹਨੂੰ ਰੈਵਨਿਊ ਦਿਓਗੇ। ਆਮ ਲੋਕਾਂ ਨੂੰ ਵੀ ਇਸ ਦਾ ਕੋਈ ਫਾਇਦਾ ਹੋਵੇਗਾ, ਮਤਲਬ ਇਲੈਕਟ੍ਰਿਸਿਟੀ ਜਿਵੇਂ ਕ੍ਰਾਈਸਿਸ ਹੈ ਉਸ ਤੋਂ ਵੀ ਮੁਕਤੀ ਮਿਲ ਸਕਦੀ ਹੈ। ਦੇਖੋ, ਸੋਲਰ એનર્ਜੀ ਦੇ ਉੱਪਰ ਜਦੋਂ ਅਸੀਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦੇ ਹਾਂ ਉਹਦਾ ਰੇਟ ਕਾਫੀ ਘੱਟ ਹੁੰਦਾ ਹੈਗਾ, ਤਾਂ ਨਿਸ਼ਚਿਤ ਰੂਪ ਦੇ ਵਿੱਚ ਜਦੋਂ ਪਾਵਰ ਪਰਚੇਜ਼ ਐਗਰੀਮੈਂਟ ਹੋਏਗਾ NHPC ਨਾਲ, ਤਾਂ ਲੋਕਾਂ ਨੂੰ ਵੀ ਉਹਦਾ ਫਾਇਦਾ ਹੋਣਾ ਹੀ ਹੋਣਾ ਹੈ ਕਿ ਉਹ ਘੱਟ ਦਰ ਦੇ ਉੱਪਰ ਉਹਨਾਂ ਨੂੰ ਬਿਜਲੀ ਮਿਲਣੀ ਹੈ, ਤਾਂ ਨੇਚਰਲੀ ਹੈ ਇਸ ਦਾ ਲਾਭ ਜਨਤਾ ਨੂੰ ਹੋਣਾ ਹੀ ਹੋਣਾ ਆਉਣ ਵਾਲੇ ਟਾਈਮ 'ਚ। ਔਰ ਪੰਜਾਬ ਸਰਕਾਰ ਨੂੰ ਤੁਸੀਂ ਦੱਸਿਆ ਵੀ ਮਤਲਬ ਕਿਸ ਰੇਟ ਦੇ ਉੱਤੇ ਆਪਾਂ ਉਹਨਾਂ ਨੂੰ ਦੇਵਾਂਗੇ। ਦੇਖੋ, ਆਹ ਜਿਸ ਵਕਤ ਪਾਵਰ ਪਰਚੇਜ਼ ਐਗਰੀਮੈਂਟ ਹੈ ਉਹ NHPC ਦੁਆਰਾ ਜੋ ਸਾਡੀ ਪ੍ਰੋਪਰ ਗਵਰਨਮੈਂਟ ਦਾ ਰੇਟ ਹੈ ਉਸ ਆਧਾਰ ਦੇ ਉੱਪਰ ਹੁੰਦਾ। ਉਸ ਨੂੰ ਫਿਲਹਾਲ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਿ ਕਿਸ ਰੇਟ ਦੇ ਉੱਪਰ ਹੋਏਗਾ, ਕਿਉਂਕਿ ਇਹ ਇੱਕ ਟੈਕਨੀਕਲ ਗੱਲ ਹੈਗੀ ਹੈ। ਸਭ ਤੋਂ ਪਹਿਲੀ ਚੀਜ਼ ਹੈ ਕਿ ਸਾਨੂੰ ਫਿਜ਼ੀਬਿਲਿਟੀ ਤਲਾਸ਼ਣੀ ਹੈ। ਸਾਨੂੰ ਦੋ ਚੀਜ਼ਾਂ ਚਾਹੀਦੀਆਂ ਨੇ, ਇੱਕ ਬੰਜਰ ਲੈਂਡ, ਦੂਸਰੀ ਇਵੈਕੂਏਸ਼ਨ ਲਾਈਨ, ਕਿ ਜਿਹੜੀ ਅਸੀਂ ਬਿਜਲੀ ਪ੍ਰੋਡਿਊਸ ਕਰਾਂਗੇ ਉਸ ਨੂੰ ਅਸੀਂ ਇਵੈਕੂਏਟ ਵੀ ਕਰਨਾ ਹੈ, ਉਹਦੇ ਨੇੜੇ ਦੀ ਕੋਈ ਇਵੈਕੂਏਸ਼ਨ ਲਾਈਨਸ ਹੋਣ ਤਾਂ ਅਸੀਂ ਉੱਥੇ ਸੋਲਰ ਪਲਾਂਟ ਲਗਾਵਾਂਗੇ। ਜਦੋਂ ਆ ਫਿਜ਼ੀਬਿਲਿਟੀ ਸਾਡੀ ਡਿਟੇਲ ਪ੍ਰੋਜੈਕਟ ਰਿਪੋਰਟ ਬਣ ਜਾਏਗੀ, ਸਾਡੀ ਟੈਕਨੀਕਲ ਟੀਮ ਦੁਆਰਾ ਪੂਰਾ ਸਰਵੇ ਹੋ ਜਾਏਗਾ, ਤਾਂ ਪੰਜਾਬ ਗਵਰਨਮੈਂਟ ਨਾਲ ਇੱਕ PPA ਹੋਏਗਾ, ਪਾਵਰ ਪਰਚੇਜ਼ ਐਗਰੀਮੈਂਟ। ਉਹ ਗਵਰਨਮੈਂਟ ਸੇ ਨੋਰਮਸ ਦੇ ਅਕੋਰਡਿੰਗਲੀ ਹੁੰਦਾ ਹੈਗਾ, ਤੇ ਉਸ ਦੇ ਅਕੋਰਡਿੰਗਲੀ ਅਸੀਂ ਗਵਰਨਮੈਂਟ ਨੂੰ ਬਿਜਲੀ ਜਿਹੜੀ ਹੈਗੀ ਸੇਲ ਕਰਾਂਗੇ ਜੀ। ਔਰ ਇਸ ਪ੍ਰੋਜੈਕਟ ਨੂੰ ਲਾਉਣ ਲਈ ਕਿੰਨਾ ਕੁ ਸਮਾਂ ਜਿਹੜਾ ਹੈਗਾ ਉਹ ਲੱਗੇਗਾ, ਕਿੰਨਾ ਕੁ ਮਤਲਬ ਆਪਾਂ ਸੋਚ ਸਕਦੇ ਹਾਂ? ਜੇ ਪੰਜਾਬ ਗਵਰਨਮੈਂਟ ਸਾਨੂੰ ਲੈਂਡ ਪ੍ਰੋਵਾਈਡ ਕਰ ਦਿੰਦੀ ਹੈ, ਸਾਡੇ ਮਾਨਯੋਗ ਮੁੱਖ ਮੰਤਰੀ ਇਸ ਸੰਬੰਧੀ ਕੋਈ ਇਨੀਸ਼ੀਏਟਿਵ ਲੈਂਦੇ ਹੈ, ਤਾਂ ਤਕਰੀਬਨ 1.5 ਤੋਂ 2 ਸਾਲ ਦੇ ਵਿੱਚ ਆ ਜਿਹੜਾ ਪ੍ਰੋਜੈਕਟ ਹੈ ਉਹ ਤਿਆਰ ਹੋ ਜਾਂਦਾ ਹੈਗਾ। ਉਸ ਪ੍ਰੋਜੈਕਟ ਨੂੰ ਦੇਖੋ ਅਸੀਂ ਬਣਾਵਾਂਗੇ ਵੀ, ਆਪਰੇਟ ਵੀ ਕਰਾਂਗੇ, ਮੇਨਟੇਨ ਵੀ ਕਰਾਂਗੇ, ਉਹ NHPC ਦਾ ਕੰਮ ਹੈਗਾ ਜੀ। ਠੀਕ ਹੈ, ਤਕਰੀਬਨ 1.5 ਤੋਂ 2 ਸਾਲ ਦੇ ਵਿੱਚ ਉਹ ਪ੍ਰੋਜੈਕਟ ਬਣ ਕੇ ਤਿਆਰ ਹੋ ਜਾਂਦਾ ਜੀ। ਜੇਕਰ ਗੱਲ ਕੀਤੀ ਜਾਵੇ NHPC ਦੀ ਸੋਸ਼ਲ ਰਿਸਪੌਂਸਿਬਿਲਟੀਜ਼ ਦੀ, ਮਤਲਬ ਤੁਸੀਂ ਜਿਵੇਂ ਐਡੇ ਵੱਡੇ ਪੱਧਰ ਦੇ ਉੱਤੇ ਦੇਸ਼ 'ਚ ਕੰਮ ਕਰ ਰਹੇ ਹੋ, ਕਿ ਤੁਹਾਡੇ ਕੋਈ ਸੋਸ਼ਲ ਪ੍ਰੋਜੈਕਟਸ ਵੀ ਤੁਸੀਂ ਕਰ ਰਹੇ ਹੋ? ਦੇਖੋ, ਜਿਹੜੀ NHPC ਹੈ ਉਹ ਇੱਕ ਮਿਨੀ ਰਤਨ ਹੈ, ਗਵਰਨਮੈਂਟ ਆਫ ਇੰਡੀਆ ਦੀ ਕੰਪਨੀ ਹੈਗੀ ਹੈ, ਜਿਹਦੇ ਵਿੱਚ 70.95% ਸ਼ੇਅਰ ਗਵਰਨਮੈਂਟ ਦਾ ਹੈਗਾ, ਬਾਕੀ ਸ਼ੇਅਰ ਹੋਲਡਰਸ ਦਾ ਹੈ, ਤੇ ਇੱਕ ਬਹੁਤ ਪ੍ਰੋਫਿਟੇਬਲ ਕੰਪਨੀ ਹੈ। ਜਿਹੜਾ ਸਾਡਾ ਪਿਛਲਾ ਵਿੱਤੀ ਵਰ੍ਹਾ ਹੈਗਾ 2020 ਤੇ 21, ਉਹਦੇ ਵਿੱਚ ਅਸੀਂ 3538 ਕਰੋੜ ਰੁਪਏ ਦਾ ਪ੍ਰੋਫਿਟ ਕੀਤਾ ਹੈਗਾ, ਤੇ ਜਿਹੜਾ ਹਾਈਐਸਟ ਹੈ। ਤਾਂ ਜੋ ਕੰਪਨੀ ਐਕਟ ਹੈ 2013 ਦਾ, ਉਹਦਾ ਸੈਕਸ਼ਨ 135 ਸਬਸੈਕਸ਼ਨ 7 ਕੀ ਕਹਿੰਦਾ ਹੈ ਕਿ ਤੁਸੀਂ ਆਪਣੇ ਪ੍ਰੋਫਿਟ ਦਾ ਜਿਹੜਾ ਪਿਛਲੇ 3 ਸਾਲ ਦਾ ਹੈ ਉਹਦਾ ਐਵਰੇਜ ਨੈਟ ਪ੍ਰੋਫਿਟ ਦਾ 2% ਤੁਸੀਂ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦੇ ਅੰਡਰ ਖਰਚ ਕਰਨਾ ਹੁੰਦਾ ਹੈਗਾ। ਤਾਂ NHPC ਕਿਤੇ ਉਸ ਤੋਂ ਵੱਧ ਕੇ 2% ਤੋਂ ਵੱਧ ਕੇ 4% ਦੇ ਲਗਭਗ ਅਸੀਂ ਖਰਚ ਕਰ ਰਹੇ ਹਾਂ। ਅਸੀਂ ਜਿਹੜੇ ਵੱਖ-ਵੱਖ ਫੀਲਡ ਜਿੱਥੇ ਵੀ ਸਾਡੇ ਪ੍ਰੋਜੈਕਟ ਡਿਵੈਲਪ ਹੁੰਦੇ ਨੇ, ਜਿਵੇਂ ਹਾਈਡਰੋ ਦੇ ਉੱਪਰ ਮੈਂ ਰੀਸੈਂਟਲੀ ਸਲਾਲ, ਚਮੇਰਾ ਤੇ ਕੁਝ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਾਡੇ ਪ੍ਰੋਜੈਕਟ ਚੱਲ ਰਹੇ, ਉੱਥੇ ਮੈਂ ਵਿਜ਼ਿਟ ਕੀਤਾ, ਤਾਂ ਉੱਥੇ ਲੋਕਾਂ 'ਚ ਇੱਕ ਵੱਡਾ ਜੀਵਨ ਪਰਿਵਰਤਨ ਨਜ਼ਰ ਆਉਂਦਾ। ਅਸੀਂ ਉੱਥੇ ਹਸਪੀਟਲ ਡਿਵੈਲਪ ਕਰਦੇ ਹਾਂ, ਰੋਡਸ ਡਿਵੈਲਪ ਕਰਦੇ ਹਾਂ, ਐਜੂਕੇਸ਼ਨ ਇੰਸਟੀਟਿਊਟ ਡਿਵੈਲਪ ਕਰਦੇ ਹਾਂ, ਸੈਨੀਟੇਸ਼ਨ, ਵੂਮਨ ਇੰਪਾਵਰਮੈਂਟ, ਸਕਿੱਲ ਡਿਵੈਲਪਮੈਂਟ, ਕੋਈ ਐਸਾ ਫੀਲਡ ਨਹੀਂ ਜਿੱਥੇ ਅਸੀਂ ਕੰਮ ਨਹੀਂ ਕਰਦੇ। ਇਨਵਾਇਰਮੈਂਟ ਦੇ ਫੀਲਡ 'ਚ ਅਸੀਂ ਕੰਮ ਕਰਦੇ ਹਾਂ। ਤਾਂ NHPC ਪੂਰੀ ਤਰ੍ਹਾਂ ਜੋ ਸੋਸ਼ਲ ਕਾਰਪੋਰੇਟ ਰਿਸਪੌਂਸਿਬਿਲਿਟੀ ਹੈ ਉਸ ਨੂੰ ਨਿਭਾ ਰਹੀ ਹੈ। ਜੋ ਸਾਡੇ ਮਾਨਯੋਗ CMD ਨੇ, ਸਾਡੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਬਹੁਤ ਪੁਸ਼ਿੰਗ ਨੇ, ਉਹਨਾਂ ਨੇ ਜੀਵਨ ਪੂਰੀ ਤਰ੍ਹਾਂ ਨਾਲ NHPC ਦੇ ਮਾਧਿਅਮ ਰਾਹੀਂ ਉਹ ਦੇਸ਼ ਸੇਵਾ ਤੇ ਰਾਸ਼ਟਰ ਸੇਵਾ ਦੇ ਪ੍ਰਗਤੀ ਦੇ ਪੱਥ 'ਤੇ ਪਹੁੰਚਾਉਣ ਲਈ ਅਸੀਂ ਲੱਗੇ ਹੋਏ ਹਾਂ ਦਿਨ ਰਾਤ, ਤੇ ਅਸੀਂ ਉਹ ਕੰਮ ਕਰਦੇ ਰਹਾਂਗੇ ਜੀ। ਜੇਕਰ ਟਾਰਗੇਟਸ ਦੀ ਗੱਲ ਕੀਤੀ ਜਾਵੇ, ਡਾਕਟਰ ਸਾਹਿਬ ਤੁਸੀਂ ਮੀਟਿੰਗਾਂ ਅਟੈਂਡ ਕੀਤੀਆਂ ਨੈਸ਼ਨਲ ਲੈਵਲ ਦੀਆਂ ਹੁਣੀ, ਤੇ ਟਾਰਗੇਟਸ ਕੀ ਨੇ ਆਉਣ ਵਾਲੇ ਸਮੇਂ ਦੇ ਵਿੱਚ? ਦੇਸ਼ ਨੂੰ ਤੁਸੀਂ એનર્ਜੀ ਦੇ ਲੈਵਲ ਦੇ ਉੱਤੇ ਤੁਹਾਡਾ ਜਿਹੜਾ ਮੁੱਖ ਕੰਮ ਹੈਗਾ ਉਸ ਨੂੰ ਕਿਸ ਲੈਵਲ ਤੇ ਦੇਖਦੇ ਹੋ? ਦੇਖੋ, ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਅੱਜ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਡਾ ਦੇਸ਼ ਚੱਲ ਰਿਹਾ ਹੈ, ਉਹਨਾਂ ਦਾ ਕੰਮ ਇਕੱਲਾ ਸਰਕਾਰ ਚਲਾਉਣਾ ਨਹੀਂ, ਉਹਨਾਂ ਦਾ ਕੰਮ ਹੈ ਦੇਸ਼ ਨੂੰ ਚਲਾਉਣਾ, ਦੇਸ਼ ਨੂੰ ਪ੍ਰਗਤੀ ਦੇ ਉੱਪਰ ਲੈ ਕੇ ਜਾਣਾ। ਉਹਨਾਂ ਨੇ ਹਰੇਕ ਡਿਪਾਰਟਮੈਂਟ ਨੂੰ ਟਾਰਗੇਟ ਦਿੱਤੇ ਹੋਏ ਨੇ। ਤਾਂ ਦੇਸ਼ એનર્ਜੀ ਦੇ ਖੇਤਰ 'ਚ ਆਤਮ ਨਿਰਭਰ ਬਣੇ, ਇਸ ਦੇ ਲਈ ਸਾਨੂੰ 2040 ਤੱਕ
50,000 ਮੈਗਾਵਾਟ ਰੀਨਿਊਏਬਲ એનર્ਜੀ ਨੂੰ ਪ੍ਰੋਡਿਊਸ ਕਰਨ ਦਾ ਟਾਰਗੇਟ ਮਿਲਿਆ ਹੋਇਆ ਹੈ ਤੇ 2030 ਤੱਕ ਅਸੀਂ 15,000 ਮੈਗਾਵਾਟ ਸੋਲਰ એનર્ਜੀ ਨੂੰ ਪ੍ਰੋਡਿਊਸ ਕਰਨਾ ਹੈ। ਐਸਾ ਸਾਡਾ ਟਾਰਗੇਟ ਹੈ। ਇਸ ਲਈ ਪੂਰਾ ਦਾ ਪੂਰਾ ਡਰਾਫਟ ਤਿਆਰ ਹੋ ਚੁੱਕਿਆ ਹੈ। ਪੂਰੀ ਦੀ ਪੂਰੀ ਜਿਹੜੀ NHPC ਦੀ ਪੂਰੀ ਟੀਮ ਹੈ ਉਹ ਕੰਮ ਕਰਨ ਲੱਗੀ ਹੋਈ ਹੈ ਤੇ ਅਸੀਂ ਨਿਸ਼ਚਿਤ ਰੂਪ 'ਚ ਜੋ ਸਾਨੂੰ ਟਾਰਗੇਟ ਮਿਲਿਆ ਉਸ ਨੂੰ ਅਸੀਂ ਪੂਰਾ ਕਰਾਂਗੇ ਜੀ। ਇਹ ਸੀ ਡਾਕਟਰ ਅਮਿਤ ਕਾਂਸਲ ਜਿਨ੍ਹਾਂ ਨੇ ਦੱਸਿਆ ਹੈਗਾ ਕਿ NHPC ਦੇ ਰਾਹੀਂ ਕਿਸ ਤਰ੍ਹਾਂ ਉਹ ਦੇਸ਼ ਵਿੱਚ ਰੀਨਿਊਏਬਲ એનર્ਜੀ ਦਾ ਬਹੁਤ ਵੱਡਾ ਟਾਰਗੇਟ ਲੈ ਕੇ ਚੱਲੇ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੋਚ ਨੂੰ ਪ੍ਰਫੁੱਲਿਤ ਕਰਨ ਲਈ, ਦੇਸ਼ ਨੂੰ એનર્ਜੀ ਦੇ ਪੱਖ ਦੇ ਵਿੱਚ ਆਤਮ ਨਿਰਭਰ ਕਰਨ ਲਈ ਉਹਨਾਂ ਦਾ ਪ੍ਰਯਾਸ ਹੈ ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਵੀ ਉਹਨਾਂ ਵੱਲੋਂ ਇਹ ਜਿਹੜੇ ਪ੍ਰੋਜੈਕਟ ਨੇ ਸ਼ੁਰੂ ਹੋਣ। ਜਿੱਥੇ ਇਲੈਕਟ੍ਰਿਸਿਟੀ ਦਾ ਕ੍ਰਾਈਸਿਸ ਖਤਮ ਹੋਵੇਗਾ ਉੱਥੇ ਪੰਜਾਬ ਨੂੰ ਅੱਛੀ ਬੰਜਰ ਜ਼ਮੀਨਾਂ ਤੋਂ ਜੋ ਹੈ ਉਹ ਰੈਵਨਿਊ ਜਨਰੇਟ ਹੋ ਸਕਦਾ ਹੈਗਾ। ਪੰਜਾਬ ਦੀ ਜਿਹੜੀ ਬਿਜਲੀ ਦੀ ਸਮੱਸਿਆ ਜਿਹੜੀ ਹੈ ਉਹ ਵੀ ਖਤਮ ਹੋ ਸਕਦੀ ਹੈ। ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ RN ਕਾਂਸਲ, ਫਾਸਟ ਵੇ ਨਿਊਜ਼, ਸੁਨਾਮ, ਉਦਮ ਸਿੰਘ ਵਾਲਾ।